सिद्ध गोष्ठी कित बिद पुरखा जन्म वटाया काहे को तुझ एह मन लाया। ਕਿਤ ਵਿਦ ਆਸਾ ਮਨਸਾ ਖਾਈ। ਬਾਣੀ ਹੈ ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੱਲਬਾਤ ਹੈ ਸਿੱਧ ਗੋਸ਼ਟੀ। ਇਹਦੇ ਵਿੱਚ ਸਿੱਧਾਂ ਨਾਲ ਵਿਚਾਰ ਵਟਾਂਦਰਾ ਗੁਰੂ ਨਾਨਕ ਸਾਹਿਬ ਜੀ ਦਾ। ਇਹ ਸਿੱਧਾਂ ਵੱਲੋਂ ਸਵਾਲ ਹੈ ਕਿਤ ਵਿਦ ਪੁਰਖਾ ਜਨਮ ਵਟਾਇਆ। ਹੇ ਪੁਰਖਾ, ਹੁਣ ਸਿੱਧ ਗੁਰੂ ਨਾਨਕ ਦੇਵ ਜੀ ਨੂੰ ਪੁਰਖ ਕਹਿ ਰਹੇ ਹੈ। ਪੁਰਖ ਕਹਿ ਰਹੇ ਸਿੱਧਾਂ ਨੂੰ ਇੰਨੀ ਅਕਲ ਹੈ ਕਿ ਪੁਰਖ ਔਰ ਮਹਾਂਪੁਰਖ ਕੌਣ ਹੋਗਾ। ਪੁਰਖ ਅਸੀਂ ਕਹਿੰਦੇ ਹਾਂ ਵੱਡੇ ਨੂੰ, ਸਾਡਾ ਪੁਰਖਾ ਫਲਾਣਾ ਬਜ਼ੁਰਗ ਸਾਡਾ ਪੁਰਖ ਹੈ। महापुरुष किन कहते ਮਹਾਂਪੁਰਖ ਪਰਮੇਸ਼ਰ ਹੁੰਦਾ ਹੈ। ਤੇ ਸਿੱਧਾਂ ਨੂੰ ਵੀ ਇੰਨੀ ਅਕਲ ਹੈ। सिद्धन भी ਪੁਰਖ ਕਹਿ ਰਹੇ ਹਾਂ, ਮਹਾਂਪੁਰਖ ਨਹੀਂ ਕਹਿ ਰਹੇ। महापुरुष नहीं कह रहे। ਇਹ ਮਹਾਂਪੁਰਖ ਆਪਣੇ ਆਪ ਤੇ ਅੱਜ ਬੇਫਾਲਤੂ ਬਣੇ ਬੈਠੇ ਆ। किद बिद पुरखा जन्म वटाया ਹੇ ਪੁਰਖਾ, ਤੈਂ ਇਹ ਜਨਮ ਕਿਸ ਵਿਧੀ ਦੇ ਨਾਲ ਤਾਂ ਜਨਮ ਵਟਾਇਆ ਏ। काहे को तुझ ए मन लाया। ਉਹ ਕਿਹੜੀ ਚੀਜ਼ ਹੈ ਜਿਹਦੇ ਨਾਲ ਤੂੰ ਇਹ ਮਨ ਟਿਕਾਇਆ ਏ। ਇਹ ਮਨ ਕਿਵੇਂ ਟਿਕਾਇਆ ਜਾ ਸਕਦਾ। ਇਸ ਮਨ ਨੂੰ ਟਿਕਾਣਾ ਗਿਆਨ ਕਾ ਬੱਧਾ मन रहे ਗੁਰ ਬਿਨ ਗਿਆਨ ਨਾ होए। ਗਿਆਨ ਨਾਲ ਮਨ ਬੰਨਿਆ ਜਾ ਸਕਦਾ। ਸਿਰਫ ਸਮਾਧੀਆਂ ਲਾਣੀਆਂ, ਸਿਰਕੇ ਵਿੱਚ ਧਿਆਨ ਜੋੜਨਾ, ਇਸਕੇ ਗੈਲ ਮਨ ਟਿਕਦਾ ਨਹੀਂ। ਕਿਸੇ का भी ਜੇ ਕਿਸੇ का टिका ਤਾਂ ਦੱਸੋ। तो सिद्धा ने सिरा तक प्रधान लगाया है क्या है। ਸਿੱਧ ਤਰਕੂਟੀ ਦੇ ਵਿੱਚ ਧਿਆਨ ਲਾਉਂਦੇ ਆਏ ਆ। ਉਹ ਦਸਮ ਦੁਆਰ ਇੱਥੇ ਮੰਨਦੇ ਆ। ਜਦ ਕਿ ਗੁਰਬਾਣੀ ਕਹਿੰਦੀ ਹੈ ਰਾਮ ਹਿਰਦੇ ਦੇ ਵਿੱਚ ਵਸਦਾ ਏ, ਉੱਥੇ ਖੋਜਣਾ ਉਸ ਨੂੰ। ਸਭਾ ਘੱਟ ਰਾਮ ਰਾਮ ਬੋਲੇ, ਬੋਲੇ। ਰਾਮਾ ਬੋਲੇ, ਰਾਮ ਬਿਨਾ ਕੋ नहीं रे। ਇਸ ਨੂੰ ਖੋਜਣਾ ਸੀ। किद बिद आशा मनसा खाई किद बिद जोत निरंतर पाई। ਇਹ ਜਿਹੜੀ ਆਸਾ ਮਨਸਾ ਏ ਤਾਂ ਇਹ ਕਿਵੇਂ ਖਤਮ ਕਰ ਲਈ। ਤੇਰੇ ਮਨ ਦੇ ਵਿੱਚ ਕੋਈ ਮਨ ਦੀ ਆਸ਼ਾ ਮਨਸ਼ਾ ਤੇਰੇ ਮਨ ਦੇ ਵਿੱਚ ਕੋਈ ਨਹੀਂ ਹੈਗੀ। ਤੂੰ ਮੁਕਤੀ ਤੱਕ ਪਹੁੰਚਿਆ ਵਾਂਗਾ, ਮੁਕਤੀ ਦੇ ਉੱਪਰ ਦੀ ਤੂੰ ਗੱਲ ਕਰ ਰਿਹਾਗਾ। ਇਹ ਕਿਵੇਂ ਤੈਂ ਖਾ ਲਈ। ਇਹ ਆਸਾ ਮਨਸਾ ਖਾਣੀ ਹੈ। ਜਿਨ੍ਹਾਂ ਨੂੰ ਮਾਇਆ ਕੀ ਆਸਾ ਕੀ ਚੇਲੇ ਆਉਂਗੇ, ਮਾਇਆ ਸਾਡੇ ਕੋਲ ਆਊਗੀ, ਉਹ ਆਸਾ ਲਈ ਬੈਠੇ ਹੈ। ਤੇ ਜਿਹੜੇ ਗੁਰੂ ਬਣੀ ਬੈਠੇ ਹੈ ਉਹਨਾਂ ਨੇ ਫਿਰ ਆਸਾ ਮਨਸਾ ਕਿਉਂ ਨਹੀਂ ਖਾਈ ਆਪਣੀ। ਮਨ ਕੇ ਵਿੱਚ ਆਸਾਂ ਉਸ ਤਰ੍ਹਾਂ ਹੀ ਪਈਆਂ ਗਈਆਂ, ਖਾਈ ਕਿਸੇ ਨੇ ਨਹੀਂ। ਗੁਰੂ ਵੀ ਹੈਗੇ ਆ ਅਸੀਂ, ਸੰਤ ਵੀ ਹੈਗੇ ਆ ਅਸੀਂ। ਜੇ ਕਿਸੇ ਨੇ ਖਾਈ ਨਹੀਂ ਫਿਰ ਸੰਤ ਕਿਵੇਂ ਹੋ ਸਕਦੇ ਹੈ। ਹੈ ਸਮਝ। किद बिद जोत निरंतर पाई। ਕਿਵੇਂ ਤਾਂ ਉਹ ਨਿਰੰਤਰ ਜੋਤ ਜਿਹੜੀ ਚੱਲ ਰਹੀ ਹੈ ਤਾਂ ਕਿਵੇਂ ਪਾਈ ਆ। ਉਹ ਵਿਧੀ ਕਿਹੜੀ ਆ ਸਾਨੂੰ ਦੱਸ। सिद्ध पूछ रहे ਸਿੱਧ ਦੇ ਵੱਲੋਂ ਸਵਾਲ ਹੈ ਇਹ ਵੀ ਤਾਂ ਉਹ ਜੋਤ ਕਿਵੇਂ ਪਾਈ ਆ, ਉਹ ਸਾਨੂੰ ਤਰੀਕਾ ਦੱਸ। बिन दंता क्यों खाइए सार। ਬਿਨਾਂ ਦੰਤਾਂ ਤੋਂ ਮਾਇਆ ਜਿਹੜੀ ਹੈ, ਬਿਨਾਂ ਦੰਦਾਂ ਤੋਂ ਸਾਰੇ ਸੰਸਾਰ ਨੂੰ ਖਾ ਰਹੀ ਹੈ। ਅਸੀਂ ਦੇਖ ਰਹੇ ਹਾਂ ਸੰਸਾਰ ਦੇ ਵਿੱਚ ਆਈ ਜਾ ਰਹੇ ਹਾਂ, ਮਾਇਆ ਦੇ ਵਿੱਚ ਫਸੇ ਪਏ ਹੈ। ਇਸੇ ਤਰ੍ਹਾਂ ਸੰਸਾਰ ਤੋਂ ਚਲੇ ਗਏ, ਦੁਬਾਰਾ ਫਿਰ ਜਨਮ ਲੈ ਕੇ ਇੱਥੇ ਆਉਂਦੇ ਰਹਿਣਗੇ, ਜੁਨਾ ਭੋਗਦੇ ਰਹਿਣਗੇ। ਇਹ ਸੰਸਾਰ ਨੂੰ ਕਿਵੇਂ ਖਾਈ ਜਾ ਰਹੀ ਹੈ। ਇਹ ਲੋਕ ਫਿਰ ਵੀ ਇਸ 'ਤੇ ਮਾਇਆ 'ਤੇ ਖਹਿੜਾ ਨਹੀਂ ਛਡਾ ਰਹੇ। ਮਾਇਆ ਫਿਰ ਇਕੱਠੀ ਕਰ ਰਹੇ ਆ ਸੰਤ ਬਣ ਕੇ, ਫਿਰ ਭਾਲ ਰਹੇ ਆ ਮਾਇਆ ਚੜਾ ਕੇ। ਜਹਾਂ ਨਾਲੇ ਮਾਇਆ ਨਾਗਣੀ ਹੈ, ਮਾਇਆ ਹੋਏ ਨਾਗਣੀ, ਜਲ ਤਰ ਰਹੇ ਲਿਪਟਾਏ, इसकी सेवा जो करे ਤਿਸ ਹੀ ਕੋ ਬਿਰ ਖਾਏ। ਫਿਰ ਜਿਹੜੇ ਸੰਤਾਂ ਨੇ ਮਾਇਆ ਤਿਆਗਿਓ ਨਹੀਂ, ਮਨ ਕੇ ਵਿੱਚ ਆਸ ਮਾਇਆ ਕੀ ਹੈ, ਜੇ ਮੈਂ ਗੁਰੂ ਬਣੂੰਗਾ ਮੇਰੇ ਪਾ ਮਾਇਆ ਚੜੂਗੀ। ਉਹਨਾਂ ਨੇ ਜਦ ਤੱਕ ਆਪਣੀ ਇਹ ਦੁਬਿਧਾ ਖਾਈਓ ਨਹੀਂ ਹੈ, ਉਹ ਕਿਵੇਂ ਆਪਣੇ ਆਪ ਨੂੰ ਸੰਤ ਜਾਂ ਗੁਰੂ ਕੋ ਆ ਸਕਦੇ ਆ। नानक सच करो विचार। ਹੇ ਨਾਨਕ, ਇਸ ਸੱਚ ਕੀ ਵਿਚਾਰ ਸਾਨੂੰ ਦੱਸੋ। सिद्धा ने कहा भी सच ਸਿੱਧਾਂ की ਵੱਲੋਂ विचार। ਆਏ ਵੀ ਸਾਨੂੰ ਇਸ ਸੱਚ ਦੀ ਵਿਚਾਰ ਦੱਸੋ। ਅਸੀਂ ਸੱਚ ਜਾਣਨਾ ਚਾਹੁੰਦੇ ਹਾਂ, ਸੱਚ ਹੈ ਕੀ ਹੈ। सतगुरु के जन्मे गमन मिटाया। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਤਿਗੁਰ ਦੇ ਜਨਮ ਹੈ ਗਵਨ ਮਟਾਇਆ। ਮੇਰਾ ਆਣਾ ਜਾਣਾ ਸਤਿਗੁਰ ਦੇ ਘਰ ਜਦੋਂ ਜਨਮ ਹੋਇਆ ਉਦੋਂ ਕੱਟਿਆ ਗਿਆ। ਹੁਣ ਸਤਿਗੁਰੂ ਕੌਣ ਹੈ। ਸਤਿਗੁਰੂ ਕਦੇ ਬੰਦਾ ਨਹੀਂ ਹੁੰਦਾ। ਸਤਿਗੁਰ ਤੇ ਖਾਲੀ कोई नहीं। ਸਤਿਗੁਰੂ ਸਾਰਿਆਂ ਦੇ ਅੰਦਰ ਹੈ। ਅੰਤਰ ਆਤਮਾ ਹੀ ਸਤਿਗੁਰ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸਾਫ਼ ਪਿੱਛੇ ਇਸੇ ਸਿੱਧ ਗੋਸ਼ਟ 'ਚ ਸਟਾਰਟਿੰਗ 'ਚ ਜਦੋਂ ਹੋਈ ਆ, ਉਹਨਾਂ ਨੇ ਇਹੀ ਸਵਾਲ ਉਹਨਾਂ ਨੇ ਪੁੱਛਿਆ ਸੀ ਕਿ ਤੁਹਾਡਾ ਗੁਰੂ ਕੌਣ ਹੈ। ਉਹਨਾਂ ਨੇ ਕਿਹਾ ਸੀ ਸ਼ਬਦ ਗੁਰੂ सूरत तुन चेला। ਸੁਰਤ ਧੁਨ ਚੇਲਾ। ਸਰੀਰ ਵਾਲਾ ਦੋਏ ਉੱਥੇ ਹੀ ਕੱਟਦਾ ਗੁਰੂ ਨਾਨਕ ਸਾਹਿਬ ਨੇ। 10वें पातशाह ने भी कटता। ਦਸਵੇਂ ਪਾਤਸ਼ਾਹ ਨੇ ਵੀ ਕੱਟਤਾ। ਆਦ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰੇ ਤੋਂ ਭਾਵ ਹੈ ਜਿੰਨੇ ਵੀ ਸੰਸਾਰ ਦੇ ਵਿੱਚ ਪੈਦਾ ਹੋਏ ਸਭ ਦਾ ਗੁਰੂ ਉਹ ਹੈ। ਹਮਾਰੇ ਤੋਂ ਭਾਵ ਸਾਰੇ ਵਿੱਚ ਆ ਗਏ, ਕੋਈ ਬਾਹਰ ਨਹੀਂ ਹੈ। अनहत राते ए मन लाया। ਅਨਹਦ ਉੱਥੇ ਹਿਰਦੇ ਦੇ ਵਿੱਚ, ਹਿਰਦਾ ਹੀ ਦਸਮ ਦੁਆਰ ਹੈ। ਹਿਰਦੇ ਦੇ ਵਿੱਚ ਅਨਹਦ ਸ਼ਬਦ ਹੈ ਉੱਥੇ।
ਤੇ ਇਹ ਜਿਹੜਾ ਉੱਥੇ ਆਪਣਾ ਧਿਆਨ ਸਿਰ ਤੇ 10ਵਾਂ ਦੁਆਰ ਬਤਾਇਆ ਤੇ ਹਿਰਦੇ ਵਿੱਚ 10ਵਾਂ ਦੁਆਰ ਬਤਾਇਆ, ਇਹਨਾਂ ਦਾ ਦੋਨਾਂ ਦਾ ਜਰਾ ਡਿਫਰੈਂਸ ਕਰੋ। ਇਹ ਤਾਂ ਜੋਗੀਆਂ ਦਾ ਉਹ ਹੈ, ਗੁਰਬਾਣੀ ਤਾਂ ਸਾਫ਼ ਹੈ, ਕਹਿੰਦੀ ਹੈ ਤ੍ਰਿਕੁਟੀ ਛੁੱਟਾ 10ਵਾਂ ਦੁਆਰ ਖੁੱਲ੍ਹਾ। ਜਦੋਂ ਤ੍ਰਿਕੁਟੀ ਛੱਡ ਕੇ ਇਹ ਦੁਬਾਰਾ ਆਪਣੇ ਹਿਰਦੇ ਦੇ ਵਿੱਚ ਆ ਗਿਆ, 10ਵਾਂ ਦੁਆਰ ਤਾਂ ਉੱਥੇ ਆ, ਉੱਥੇ ਖੁੱਲ੍ਹਿਆ। ਉਦੋਂ ਸਮਝ ਆਈ ਹੈ ਕਿ 10ਵਾਂ ਦੁਆਰ ਹੁੰਦਾ ਕੀ ਹੈ, ਮੈਂ ਜੋਤ ਹੈ, ਮੈਂ ਸਰੀਰ ਨਹੀਂ ਹੈ, ਇਹ ਸਮਝ ਆਈ ਹੈ, ਉਹ 10ਵਾਂ ਦੁਆਰ ਹੈ। ਮਨਸਾ ਆਸਾ ਸ਼ਬਦ ਜਲਾਈ, ਮਨ ਦੀ ਆਸ਼ਾ ਤੇ ਮਨਸਾ ਸ਼ਬਦ ਨੇ ਜਲਾਤੀ। ਉਹ ਸ਼ਬਦ ਸੁਣ ਕੇ, ਅਨਾਹਦ ਸ਼ਬਦ ਜਦ ਹਿਰਦੇ ਦੇ ਵਿੱਚ ਸੁਣਿਆ, ਉਦੋਂ ਇਹ ਆਸਾ ਮਨਸਾ ਮੇਰੀ ਜਲੀ ਹੈ। ਗੁਰੂ ਨਾਨਕ ਸਾਹਿਬ ਕਹਿ ਰਹੇ ਮੇਰੀ ਜਲੀ ਹੈ। ਜਿਨ੍ਹਾਂ ਦੀ ਜਲੀ ਨਹੀਂ ਹੈ ਉਹ ਪਿੱਛੇ ਉਹਨਾਂ ਦੇ ਹਾਲ ਇਹ ਹੈ ਵੀ ਗੁਰੂ ਬਣੀ ਬੈਠੇ ਆ, ਉਹ ਆਪ ਗੁਰਮੁਖ ਜੋਤ ਨਿਰੰਤਰ ਪਾਈ। ਇਹ ਜੋਤ ਗੁਰਮੁਖਾਂ ਨੇ, ਜਿਹੜੇ ਗੁਰੂ ਵੱਲ ਨੂੰ ਜਿਨ੍ਹਾਂ ਦਾ ਮੁੱਖ ਹੋ ਗਿਆ, ਉਹਨਾਂ ਨੂੰ ਇਹ ਨਿਰੰਤਰ ਜੋਤ ਜਿਹੜੀ ਅੰਦਰ ਹਿਰਦੇ ਦੇ ਵਿੱਚ ਨਿਰੰਤਰ ਚਾਲੂ ਹੈ, ਚੱਲ ਰਹੀ ਹੈ। ਜਿਹੜਾ ਗੁਰੂ ਬਾਰੇ ਵੀ ਦੱਸੋ ਵੀ ਗੁਰੂ ਕਿਹੜਾ ਹੈ, ਵੀ ਕਿੱਥੇ ਹੈ ਗੁਰੂ? ਬਾਹਰ ਵਾਲਾ ਗੁਰੂ ਹੈ ਕਿ ਦੇਹ ਗੁਰੂ ਹੈ ਜਾਂ ਅੰਦਰ ਬੈਠਾ ਗੁਰੂ ਹੈ? ਜਿਹੜਾ ਗੁਰੂ ਹੈ, ਗੁਰੂ ਦਾ ਪਰਮੇਸ਼ਰ ਵਾਸਤੇ ਸ਼ਬਦ ਹੈ। ਗੁਰ ਪਰਮੇਸ਼ਰ ਇੱਕੋ ਜਾਣਾ, ਉਹ ਗੁਰ ਪਰਮੇਸ਼ਰ ਹੈ, ਉਹ ਗੁਰ ਪਰਮੇਸ਼ਰ। ਗੱਗੇ ਔਂਕੜ ਰਾਰਾ ਗੁਰ ਪਰਮੇਸ਼ਰ ਹੈ। ਉਹ ਗੁਰੂ ਪਰਮੇਸ਼ਰ ਹੀ ਹੈ। ਜੋ ਸ਼ਬਦ ਗੁਰੂ ਹੈ ਉਹ ਪਰਮੇਸ਼ਰ ਹੈ। ਇੱਥੇ ਲਫ਼ਜ਼ ਹੈ ਗੁਰ। ਗੁਰੂ ਇੱਕ ਗੁਰ ਹੁੰਦਾ ਹੈ, ਇੱਕ ਸਤਿਗੁਰ ਹੁੰਦਾ ਹੈ, ਅੱਗੇ ਗੁਰੂ ਹੁੰਦਾ ਹੈ। ਗੁਰੂ ਕਦੇ ਜਨਮ ਮਰਨ ਦੇ ਵਿੱਚ ਆਉਂਦਾ ਹੀ ਨਹੀਂ। ਗੁਰ ਹੈ, ਸੱਤ ਦਾ ਗਿਆਨ ਹੀ ਗੁਰ ਹੁੰਦਾ ਹੈ। ਇੱਥੇ ਲਿਖਿਆ ਗੁਰਮੁਖ ਜੋਤ ਜਿਨ੍ਹਾਂ ਦਾ ਮੁੱਖ ਨਿਰੰਤਰ ਗੁਰੂ ਵੱਲ ਪਾਈ। ਹੋ ਗਿਆ। ਗੁਰ ਮੇਰਾ ਸੰਗ ਸਦਾ ਹੈ। ਹਰੇਕ ਜੂਨ ਦੇ ਵਿੱਚ ਗੁਰੂ ਨਾਲ ਸੀ। ਉਹੀ ਗੁਰ ਹੈ ਜਿਹੜਾ ਇੱਥੇ ਤੱਕ ਸਾਨੂੰ ਕੱਢ ਕੇ ਲੈ ਕੇ ਆ ਗਿਆ ਸਾਰੀਆਂ ਜੂਨਾਂ ਦੇ ਵਿੱਚੋਂ। ਗੁਰ ਕੀ ਹੁੰਦਾ ਹੈ? ਜਿਹੜੀ ਅੱਧੀ ਜੋਤ ਸਰੀਰ ਦੇ ਵਿੱਚ ਸਾਹ ਲੈ ਰਹੀ ਹੈ ਪਿੱਛੇ ਬੈਠੀ, ਇਹਨੂੰ ਗੁਰ ਕਿਹਾ। ਇਹਨੂੰ ਗੁਰੂ ਕਹੇ। ਜਿਹੜਾ ਸਰੀਰ ਦੇ ਵਿੱਚ ਕੰਮ ਕਰ ਰਿਹਾ ਹੈ ਮਨ ਹੈ, ਇਹ ਚੇਲਾ ਹੈ। ਇਸੇ ਨੂੰ ਗੁਰਬਾਣੀ ਕਹਿੰਦੀ ਹੈ ਗੁਰ ਚੇਲੇ ਕੀ ਸੰਧ ਮਲਾਈ, ਦੋਵਾਂ ਨੇ ਇਹਨਾਂ ਨੇ ਇੱਕ ਹੋਣਾ ਹੈ। ਪ੍ਰਾਣੀ ਇਹ ਜਗ ਮੈਂ ਤੂੰ ਏਕੇ ਕੋ ਆਇਆ, ਇੱਕ ਹੋਣ ਵਾਸਤੇ ਜਗਤ ਵਿੱਚ ਆਇਆ। ਇਹ ਜਨਮਤ ਮੋਇਓ ਮੋਹਣੀ ਮਾਇਆ। ਮਾਇਆ ਨੇ ਮੋਹ ਲਿਆ, ਇੱਥੇ ਹੀ ਫਸ ਕੇ ਰਹਿ ਗਿਆ। ਜਿਹੜਾ ਅੰਦਰ ਸਾਡਾ ਮੂਲ ਹੈ, ਇਹੀ ਸਾਡਾ ਗੁਰ ਹੈ। ਇਹੀ ਸਾਡਾ। ਇਸੇ ਦੇ ਨਾਲ ਮਨ ਨੇ ਜੁੜਨਾ ਹੈ। ਫਿਰ ਸਾਨੂੰ ਇਹ ਗੁਰੂ ਤੋਂ ਜਾ ਕੇ ਬਾਹਰ ਗਿਆਨ ਲੈਣਾ ਚਾਹੀਦਾ ਹੈ? ਕੀ ਕਰਨਾ ਚਾਹੀਦਾ ਸਾਨੂੰ? ਜੇ ਮੁਕਤੀ ਜਿੱਦਾਂ ਆਪਾਂ ਚਾਹੁੰਦੇ ਹਾਂ ਕਿ ਆਪਾਂ ਸ਼ਬਦ ਨਾਲ ਮਿਲ ਜਾਈਏ, ਤਾਂ ਸਾਨੂੰ ਬਾਹਰ ਗੁਰੂ ਕੋਲ ਜਾਣਾ ਚਾਹੀਦਾ ਹੈ ਜਾਂ ਸਾਨੂੰ ਕਿਸ ਤਰ੍ਹਾਂ ਇਹ ਗਿਆਨ ਪ੍ਰਾਪਤ ਹੋਏ? ਬਾਣੀ ਪੜ੍ਹੋ, ਬਾਣੀ ਤੋਂ ਸਮਝੋ, ਗੁਰਮੁਖਾਂ ਤੋਂ ਸਮਝੋ। ਜਿਹੜਾ ਤੁਹਾਨੂੰ ਆਤਮਾ ਦਾ ਗਿਆਨ ਦਿੰਦਾ ਹੋਵੇ ਉਹੀ ਸੱਚਾ ਗੁਰੂ ਹੈ। ਸਰੀਰ ਦਾ ਗਿਆਨ, ਸਰੀਰ ਦੇ ਨਾਲ ਜੁੜਨਾ ਜਾਂ ਜੋੜਨਾ, ਗੁਰਬਾਣੀ ਇਸ ਚੀਜ਼ ਨੂੰ ਕੱਟਦੀ ਹੈ। ਮਾਨਸ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਇੱਕੋ ਭਗਵਾਨ। ਫਿਰ ਗੁਰਬਾਣੀ ਤਾਂ ਸਰੀਰ ਵਾਲੇ ਨੂੰ ਮੰਨਦੀ ਹੈ ਨਹੀਂ। ਇੱਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ, ਸਮਾਏ ਦੂਜਾ ਕਾਹੇ ਸਿਮਰੀਏ ਜੋ ਜੰਮੈ ਯਾਰ ਮਰ। ਜਾਏ। ਜਿਹੜਾ ਜੰਮ ਕੇ ਦੁਬਾਰਾ ਮਰ ਰਿਹਾ ਹੈ ਉਹ ਤਾਂ ਸਾਡੇ ਵਾਂਗ ਜੂਨਾਂ ਦੇ ਵਿੱਚ ਹੈ। ਤਰੇ ਗੁਣ ਸੋ ਮਿਟੇ ਗੁਰ ਧਰੋ ਜੋ ਬਹੁਰ ਨਾ ਧਰਨਾ। ਕਬੀਰ ਸਾਹਿਬ ਕਹਿੰਦੇ ਤੁਸੀਂ ਕਿਸੇ ਮਨੁੱਖ ਨੂੰ, ਬੰਦੇ ਨੂੰ ਗੁਰੂ ਬਣਾ ਲਿਆ, ਉਹ ਬੰਦਾ ਤਾਂ ਕੱਲ੍ਹ ਨੂੰ ਮਰ ਜੂਗਾ। ਸੰਸਾਰ ਜੇ ਛੱਡ ਗਿਆ, ਜਾਂ ਤਾਂ ਉਸ 'ਤੇ ਰਜਿਸਟਰੀ ਕਰਾ ਲਓ ਭਾਈ, ਇੰਨੇ ਸਮੇਂ ਤੱਕ ਜਦ ਤੱਕ ਮੈਨੂੰ ਗਿਆਨ ਨਹੀਂ ਹੋ ਜਾਂਦਾ ਸੰਸਾਰ ਛੱਡ ਕੇ ਨਾ ਜਾਏ, ਜਾਂ ਤਾਂ ਲਿਖ ਕੇ ਦੇ ਦੇਵੇ ਗੁਰੂ। ਕਹਾਂ ਚਲੇ ਜਾਓ ਪਹਿਲਾਂ। ਹਾਂ, ਸੋ ਗੁਰ ਧਰੋ ਜੋ ਬਹੁਰ ਨਾ ਧਰਨਾ। ਜਿਹੜਾ ਗੁਰੂ ਦੁਬਾਰਾ ਚੇਂਜ ਨਾ ਕਰਨਾ ਪਵੇ ਉਹ ਗੁਰੂ ਧਾਰਨ ਕਰੋ। ਗੁਰ ਮੇਰਾ ਸੰਗ ਸਦਾ ਹੈ, ਉਹਦੇ ਨਾਲ ਜੁੜੋ। ਸੋ ਧਿਆਨ ਧਰੋ ਜੋ ਬਹੁਰ ਨਾ ਬਹੁਰ ਨਾ ਧਰਨਾ। ਧਰਨਾ। ਜਿਹੜੇ ਮੂਰਤੀ ਦਾ ਜਾਂ ਕਿਸੇ ਬੰਦੇ ਦਾ ਧਿਆਨ ਧਰਨ ਨੂੰ ਕਹਿੰਦੇ ਆ, ਉਹ ਫਿਰ ਦੁਬਾਰਾ ਕਹੂੰਗੇ ਇਹਦੇ ਵਿੱਚ ਤੇ ਇੱਕ ਜੋਤ ਪ੍ਰਗਟ ਹੋ ਗਈ, ਉਹਦੇ ਨਾਲ ਜੁੜੋ। ਪਹਿਲਾਂ ਹੀ ਧਿਆਨ ਧਰੋ ਉਸ ਦਾ। ਆਪਣੇ ਮਨ ਦਾ ਧਿਆਨ ਰੱਖੋ। ਮਨ ਚੋਰ ਹੈ। ਮਨ ਕਿਸੇ ਦਾ ਬੁਰਾ ਕਿਉਂ ਸੋਚਦਾ ਹੈ, ਇਸ ਚੀਜ਼ ਦਾ ਧਿਆਨ ਰੱਖੋ। ਮਨ ਦੇ ਪ੍ਰਤੀ ਕਿਸੇ ਦੇ ਵਿੱਚ ਗੁੱਸਾ ਕਿਉਂ ਹੈ, ਨਾਰਾਜ਼ਗੀ ਕਿਉਂ ਹੈ, ਇਸ 'ਤੇ ਧਿਆਨ ਧਰੋ। ਮਨ ਦਾ ਧਿਆਨ ਧਰਨਾ ਚਾਹੀਦਾ ਗਾ। ਪਰਮੇਸ਼ਰ ਕਿਸੇ ਦਾ ਕੁਝ ਨਹੀਂ ਵਿਗਾੜਦਾ, ਉਹਦਾ ਧਿਆਨ ਧਰਨ ਦੀ ਲੋੜ ਹੀ ਨਹੀਂ। ਤਰੇ ਗੁਣ ਮਿਟੇ ਖਾਈਏ ਸਾਰ। ਜਿਹਨੇ 3 ਗੁਣ ਮੇਟ ਲਏ। ਹੁਣ 3 ਗੁਣ ਕਿਹੜੇ ਹੈ? ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ। ਬਾਣੀ ਕਹਿੰਦੀ ਹੈ ਇਹ ਗੱਲ। ਇਹ 3 ਗੁਣ ਹੈ, ਹਰੇਕ ਜੀਵ ਦੇ ਵਿੱਚ ਹੈ। ਰਜੋ ਗੁਣ, ਸਤੋ ਗੁਣ, ਤਮੋ ਗੁਣ। ਤ੍ਰੈ ਗੁਣ ਮੇਟੈ ਕਾਈਐ ਸਾਰ। ਇਹਨਾਂ ਨੂੰ ਮੇਟ ਕੇ ਅੱਗੇ ਜਾਣਾ, ਇਹਨਾਂ ਤੋਂ ਅੱਗੇ ਕੁਛ ਹੈ। ਨਾਨਕ ਤਾਰੇ ਤਾਰਨਹਾਰ। ਨਾਨਕ ਤਾਰੇ, ਨਾਨਕ ਸਾਹਿਬ ਇਹ ਕਹਿ ਰਹੇ ਹੈ ਵੀ ਸਭ ਨੂੰ ਉਹੀ ਤਾਰਨਹਾਰ ਹੈ, ਤਾਰਨੇ ਵਾਲਾ ਜਿਹੜਾ ਤੁਹਾਡਾ ਅੰਦਰ ਗੁਰ ਹੈ, ਉਹੀ ਸਭ ਨੂੰ ਤਾਰ ਰਿਹਾ ਗਾ, ਉਹੀ ਸਭ ਨੂੰ ਤਾਰ ਸਕਦਾ ਹੈ। ਜਿਹੜਾ ਤਾਰਨ ਵਾਲਾ ਉਸਕੇ ਬਾਰੇ ਵਿੱਚ ਜਰਾ ਦੱਸੋ ਵੀ ਉਹ ਹੋਰ ਫਿਲਾਸਫੀ ਕਹਿੰਦੀ ਵੀ ਜਿਹੜਾ ਅੰਦਰ ਤਾਰਨ ਵਾਲਾ ਗੁਰੂ ਆ ਉਹ ਕਿਸ ਤਰ੍ਹਾਂ, ਮਤਲਬ
ਉਸ ਨਾਲ ਕਿਸ ਤਰ੍ਹਾਂ ਜੁੜੀਏ? ਆਪਣੇ ਮਨ ਦਾ ਧਿਆਨ ਰੱਖੋ। ਜਦੋਂ ਉਸ ਵਾਲੇ ਗੁਣ ਅਸੀਂ ਧਾਰਨ ਕਰ ਲਵਾਂਗੇ, ਜਿਵੇਂ ਗੁਰਬਾਣੀ ਕਹਿੰਦੀ ਹੈ, ਚੱਲਣ ਨੂੰ ਸਾਨੂੰ ਕਹਿੰਦੀ ਹੈ, ਜਿਹੜੇ ਗੁਣ ਧਾਰਨ ਕਰਨ ਨੂੰ ਕਹਿੰਦੀ ਹੈ ਗੁਰਬਾਣੀ ਦੇ ਅਨੁਸਾਰ, ਜਦੋਂ ਅਸੀਂ ਆਪਣਾ ਜੀਵਨ ਢਾਲਣਾ ਸ਼ੁਰੂ ਕਰ ਦੂੰਗੇ, ਕਿਸੇ ਪ੍ਰਤੀ ਅਸੀਂ ਵੈਰ ਵਿਰੋਧ ਨਹੀਂ ਰੱਖਦੇ, ਕੋਈ ਮਾਇਆ ਦੀ ਭੁੱਖ ਰੱਖ ਕੇ ਜ਼ਮੀਨਾਂ ਕਿਸੇ ਦੀਆਂ ਦੱਬਣ ਦੀ ਖੋਹਣ ਦੀ ਕੋਸ਼ਿਸ਼ ਨਹੀਂ ਕਰਦੇ, ਮਾਇਆ ਦੀ ਭੁੱਖ ਨਹੀਂ ਮਨ 'ਚ ਰੱਖਦੇ ਵੀ ਬੰਦਾ ਮੈਨੂੰ ਮਾਇਆ ਦੇ ਕੇ ਜਾਊਗਾ। ਸੱਚ ਨਾਲ ਅਸੀਂ ਜੁੜੇ ਹੋਏ ਹਾਂ। ਸਾਚ ਬਿਨਾ ਕਿਉਂ ਹੋਵੇ, ਸੱਚ ਅੰਦਰਲਾ ਸੱਚਾ ਹੈ, ਉਹਦੇ ਨਾਲ ਜੁੜ ਕੇ ਹੀ ਸੁੱਚਾ ਹੋਇਆ ਜਾ ਸਕਦਾ। ਸੱਚ ਤਾਂ ਪਰ ਜਾਣੀਏ ਜੇ ਹਿਰਦਾ ਸੱਚਾ ਹੋ। ਹਿਰਦੇ ਸੱਚਾ ਹੋਇਆ, ਉੱਥੇ ਤਰਕੂਟੀ ਸੱਚੀ ਕਿੱਥੇ ਲਿਖਿਆ ਵਾ? ਹਿਰਦਾ ਸੱਚਾ ਕਰਨਾ ਹੈ, ਤਰਕੂਟੀ ਸੱਚੀ नहीं करनी। ਤਰਕੂਟੀ का ध्यान लाने का कोई फायदा नहीं। ਜਿਹੜਾ ਸਿਰ ਦੇ ਉੱਪਰ ਧਿਆਨ ਲਾਉਣ ਦਾ ਦੱਸਿਆ, ਇਸਕੇ ਸਿਰ ਕੇ ਉੱਪਰ ਕੀ ਚੀਜ਼ ਹੈ? ਫਿਰ 10ਵਾਂ ਦੁਆਰਾ ਦਿਮਾਗ ਹੈ ਇਸ ਤੇ ਤਾਂ ਹੁਣ ਜਿਨ੍ਹਾਂ ਨੇ ਪੁੱਛਿਆਗਾ ਯਾਰ, ਜੇ ਦੱਸਿਆਗਾ 10ਵਾਂ ਦੁਆਰਾ ਸਿਰਕੇ ਵਿੱਚ ਬਣਾਇਆਗਾ, ਹਾਂਜੀ ਉਹਨਾਂ ਨੇ ਤਾਂ ਆਪਣੇ ਕੋਲ ਤੇ ਕਿਹਾ, ਇੱਥੇ ਗੁਰਬਾਣੀ ਕਹਿ ਰਹੀ ਹੈ ਜੇ ਹਿਰਦਾ ਸੱਚਾ, ਹੋਏ ਸੱਚਾ ਹਿਰਦੇ ਕਰਨਾ ਹੈ, ਉੱਥੇ ਤਾਂ ਕਿਹਾ ਹੀ ਨਹੀਂ ਤਰਕੂਟੀ ਸੁੱਚੀ ਕਰਨੀ ਹੈ ਜਾਂ ਉੱਪਰ ਦਸਮਾ ਜਾਂ ਉੱਪਰ 10ਵਾਂ। ਗੁਰਬਾਣੀ ਤਾਂ ਕਹਿੰਦੇ ਤਰਕੂਟੀ ਛੁੱਟ ਹੈ, 10ਵਾਂ ਦੁਆਰ ਖੁੱਲ੍ਹਾ ਹੈ। ਜਦੋਂ ਛੁੱਟੂਗੀ ਇਹ, ਉਦੋਂ 10ਵਾਂ ਦੁਆਰ ਖੁੱਲ੍ਹਣਾ। ਨੌ ਦਰ ਠਾਕੇ ਧਾਵਤ ਰਹਾਏ, 10ਵੇਂ ਨਿਜ ਕਰ ਉੱਥੇ ਨਿਜ ਕਰ ਵਾਸਾ ਪਾਏ। 10ਵਾਂ ਦੁਆਰ ਹੈ ਹੀ ਨਿਜ ਘਰ ਹੈ, ਉੱਥੇ ਤਾਂ ਵਾਸਾ ਹੈ। ਫਿਰ ਇਹ ਜੀਵ ਹੈ ਜਿਹੜੇ ਲੋਕ ਸਮਾਧੀਆਂ ਲਾਉਂਦੇ ਆ, ਸਿਰ ਦੇ ਵਿੱਚ ਧਿਆਨ ਲਾਉਂਦੇ ਆ, ਰਾਤ ਨੂੰ ਧਿਆਨ ਸਮਾਧੀ ਦੇ ਵਿੱਚ ਨਹੀਂ ਰਹਿੰਦਾ, ਰਾਤ ਨੂੰ ਧਿਆਨ ਹਿਰਦੇ ਦੇ ਵਿੱਚ ਕਿਉਂ ਆ ਜਾਂਦਾ ਹੈ? ਨਿਜ ਘਰ ਉਹ ਹੈ ਜਿੱਥੇ ਰਾਤ ਨੂੰ ਇਹ ਸੁੱਤਾ ਪਿਆ ਹੁੰਦਾ ਏ। ਸੁੱਤਾ ਪਿਆ ਏ ਜਦੋਂ ਇਹ ਇੱਕ ਹੈ, ਸੰਸਾਰ ਦੇ ਵਿੱਚ ਹੋ ਕੇ ਵੀ ਸੰਸਾਰ ਦੇ ਵਿੱਚ ਨਹੀਂ ਹੈ, ਬਾਹਰ ਹੈ ਸੰਸਾਰ ਦੇ। ਸਰੀਰ ਸੰਸਾਰ ਦੇ ਵਿੱਚ ਪਿਆ, ਆਪ ਸੰਸਾਰ ਦੇ ਵਿੱਚ ਹੈ ਨਹੀਂ, ਕੋਈ ਮਤਲਬ ਹੀ ਨਹੀਂ ਹੈ। ਸੰਸਾਰ ਇਹਦੇ ਵਾਸਤੇ ਖਤਮ ਹੈ। ਸੰਸਾਰ ਤਾਂ ਉਸ ਵਕਤ ਹੈ ਨਹੀਂ ਨਾ ਇਸਕੇ ਵਾਸਤੇ, ਸੰਸਾਰ ਦੇ ਬਾਹਰ ਹੈ ਆਪ। ਉਦੋਂ ਫਿਰ ਤਰਕੂਟੀ ਕਿਉਂ ਛੱਡਤੀ? ਜਿਹੜੇ ਕਹਿੰਦੇ 10ਵਾਂ ਦੁਆਰ ਇੱਥੇ ਹੁੰਦਾ, ਬਾਣੀ ਕਹਿ ਰਹੀ ਹੈ ਉਹ ਨਿਜ ਘਰ ਵਾਸਾ 10ਵੇਂ ਦੁਆਰ ਹੈ, यानी कि वो मनमुखी हो गया। ਮਨਮੁਖ ਹੈ ਉਹ। जेड़े मतलब इस चीज़ का प्रचार कर रहे हैं कि सिर के ऊपर 10वां द्वार है, वो मनमुखी है, अपनी मर्जी नाल कर रहे हैं। ਮਨ ਕੀ ਮਤ ਤੂੰ ਲਹੇ ਨਾ, ਮਨ ਕੀ ਮਤ ਤਿਆਗਣੀ ਹੈ। ਗੁਰ ਕੀ ਮਤ ਤੂੰ ਲਹੇ, यानी ਭਗਤ ਬਿਨਾ वो ਬਹੁ। डुबे से आने। ਭਗਤ ਦੇ ਬਿਨਾ ਡੁੱਬ ਗਏ, ਡੁੱਬੂਗੇ ਹੀ ਉਹ ਭਗਤ ਦੇ ਬਿਨਾ। ਜਿਹੜੇ ਮਨ ਕੇ ਪਿੱਛੇ ਲਗੇ ਹੋਏ ਮਨਮੁਖ ਹੈ, ਮਨ ਕੇ ਪਿੱਛੇ ਲਗੇ ਹੋਏ ਹੈ। ਮਨ ਕੀ ਮਤ ਤਾਂ ਤਿਆਗਣੀ ਹੈ। मन की मत त्याग।